ਚੰਡੀਗੜ੍ਹ ਦੀ ਸੁਖਨਾ ਝੀਲ ਬਾਰੇ ਕੌਣ ਨਹੀਂ ਜਾਣਦਾ। ਜਦੋਂ ਵੀ ਚੰਡੀਗੜ੍ਹ ਆਉਂਦੇ ਆ ਇੱਕ ਵਾਰ ਤਾਂ ਇਹ ਖਿਆਲ ਜ਼ਰੂਰ ਆਉਂਦਾ ਹੈ ਕਿ ਚੰਡੀਗੜ੍ਹ ਦੀ ਸੁਖਨਾ ਝੀਲ ਦੇਖਣ ਜ਼ਰੂਰ ਚੱਲੀਏ। ਅੱਜ ਸੁਖਨਾ ਝੀਲ ਦੇ ਕੰਢੇ ਲੱਗੇ ਇੱਕ ਪਿੱਪਲ ਦੇ ਰੁੱਖ ਦੀ ਗੱਲ ਕਰਨ ਆਏ ਆ। सत श्री अकाल, तुसी देख रहे हो द अनम्यूट। मैं अमनप्रीत कौर। चंडीगढ़ दी सुखना झील बारे कौन नहीं जानता। जदों भी चंडीगढ़ आने एक बार तो यह ख्याल जरूर आता है कि चंडीगढ़ दी सुखना झील देखण जरूर चलीए। फिर चाहे वो झील का नज़ारा लैन जाना होवे, चाहे बोटिंग लिए जाना होवे, या झील के कंढे बह के अपने नाल गलबात करनी होवे। चंडीगढ़ दी झील के कंढे लोग सवेरे शाम सैर करन आउंदे ने। झील के कंढे लगे रुखा हेठ बैठ के वो अपनियां कई कहानियां सांझियां करते हैं, कई दुख सुख सांझे करते हैं, रुखा की छां का आनंद माणते हैं। पर अज असीं सुखना झील की नहीं, अज सुखना झील के कंढे लगे एक पिपल के रुख की गल करन आए हैं, जिस दे हेठ बैठ के कई लोगों ने छां का आनंद माणिया होएगा, अपने दुख सुख सांझे कीते होणगे, अपनियां कहानियां दसियां होणगियां। ते उस रुख भी अपने अंदर किन्नियां ही कहानियां लैके बैठा होवेगा। पर शायद ही किसी नूं पता होवे कि उस रुख की भी कोई कहानी है, वो रुख भी किसी की याद नूं अपने अंदर सांभी बैठा है। ਇਹ ਗੱਲ ਹੈ ਪਿੰਡ ਰਾਮਨਗਰ ਪੰਗੀ ਮਾਜਰੇ ਦੇ ਗਿਆਨ ਸਿੰਘ ਦੀ। ਗਿਆਨ ਸਿੰਘ ਫੌਜ 'ਚ ਭਰਤੀ ਹੋਇਆ ਸੀ, ਪਰ ਕਿਉਂਕਿ ਉਹਨਾਂ ਨੂੰ ਟੀਬੀ ਹੋ ਗਈ ਤੇ ਫੌਜ ਤੋਂ ਬਿਨਾਂ ਪੈਨਸ਼ਨ ਦਿੱਤੇ ਉਹਨਾਂ ਨੂੰ ਕੱਢ ਦਿੱਤਾ ਗਿਆ। ਗਿਆਨ ਸਿੰਘ ਦੇ ਵਿਆਹ ਨੂੰ ਵੀ ਕਈ ਸਾਲ ਬੀਤ ਗਏ ਸੀ, ਪਰ ਉਹਨਾਂ ਦੀ ਕੋਈ ਔਲਾਦ ਨਹੀਂ ਸੀ। ਤਾਂ ਗਿਆਨ ਸਿੰਘ ਦੇ ਮਨ 'ਚ ਆਇਆ ਕਿ ਚਲੋ ਜੇ ਪਰਮਾਤਮਾ ਨੇ ਸੰਤਾਨ ਨਹੀਂ ਦਿੱਤੀ ਤਾਂ ਪਿੰਡ ਦੀ ਸ਼ਾਮਲਾਟ ਜ਼ਮੀਨ ਤੇ ਇੱਕ ਪਿੱਪਲ ਦਾ ਰੁੱਖ ਹੀ ਆਪਣੀ ਨਿਸ਼ਾਨੀ ਵਜੋਂ ਲਾ ਦੇਵਾਂ। ਤਾਂ ਗਿਆਨ ਸਿੰਘ ਨੇ ਪਿੰਡ 'ਚ ਆਪਣੀ ਨਿਸ਼ਾਨੀ ਵਜੋਂ ਇਹ ਪਿੱਪਲ ਦਾ ਰੁੱਖ ਲਗਾ ਦਿੱਤਾ। ਕੁਝ ਸਾਲਾਂ ਬਾਅਦ ਗਿਆਨ ਸਿੰਘ ਪੂਰੇ ਹੋ ਗਏ, ਪਰ ਆਪਣੇ ਪੁੱਤਰ ਦੀ ਨਿਸ਼ਾਨੀ ਨੂੰ ਹਰਾ ਭਰਾ ਰੱਖਣ ਲਈ ਉਹਨਾਂ ਦੇ ਪਿਤਾ ਨੰਦ ਸਿੰਘ ਨੇ ਇਸ ਪਿੱਪਲ ਨੂੰ ਆਪਣੇ ਪੋਤੇ ਵਾਂਗ ਪਾਲਿਆ। ਫਿਰ ਆਈ ਚੰਡੀਗੜ੍ਹ ਦੇ ਵਿਕਾਸ ਦੀ ਵਾਰੀ, ਤਾਂ ਸੁਖਨਾ ਝੀਲ ਦੀ ਉਸਾਰੀ ਲਈ ਪਿੰਡ ਰਾਮਨਗਰ ਪੰਗੀ ਮਾਜਰੇ ਨੂੰ ਢਾਹ ਦਿੱਤਾ ਗਿਆ। ਝੀਲ ਦੇ ਕੰਢੇ ਬਣਾਉਣ ਲਈ ਸਾਰੇ ਦਰਖਤ ਵੀ ਵੱਢੇ ਜਾ ਰਹੇ ਸੀ। ਆਖਰ ਤੇ ਵਾਰੀ ਆਈ ਗਿਆਨ ਸਿੰਘ ਦੇ ਪੁੱਤ ਦੀ, ਉਸ ਪਿੱਪਲ ਦੇ ਰੁੱਖ ਦੀ। ਪਰ ਚੰਗੀ ਕਿਸਮਤ ਨੂੰ ਇਹ ਪਿੱਪਲ ਦਾ ਰੁੱਖ ਬਚ ਗਿਆ। ਦਰਅਸਲ ਉਸਾਰੀ ਟੀਮ 'ਚ ਕੰਮ ਕਰ ਰਹੇ ਕੁਲਵੰਤ ਸਿੰਘ ਅੱਲਾਪੁਰ ਨੂੰ ਇਸ ਪਿੱਪਲ ਦੀ ਕਹਾਣੀ ਦਾ ਪਤਾ ਸੀ, ਕਿਉਂਕਿ ਉਹ ਪਿੰਡ ਰਾਮਨਗਰ ਦਾ ਦੋਤਾ ਸੀ। ਉਸਨੇ ਝੀਲ ਦਾ ਨਕਸ਼ਾ ਇਸ ਤਰ੍ਹਾਂ ਠੀਕ ਕੀਤਾ ਕਿ ਇਹ ਪਿੱਪਲ ਕਿਸੇ ਨਾ ਕਿਸੇ ਤਰੀਕੇ ਬਚਾ ਲਿਆ ਜਾਵੇ, ਤੇ ਆਖਰ ਇਸ ਪਿੱਪਲ ਦੇ ਰੁੱਖ ਨੂੰ ਵੱਢਣੋਂ ਬਚਾ ਲਿਆ ਗਿਆ। ਉਸ ਦਿਨ ਤੋਂ ਅੱਜ ਤੱਕ ਇਹ ਪਿੱਪਲ ਇਸੇ ਤਰ੍ਹਾਂ ਅਡੋਲ ਖੜਾ ਹੈ। ਕਿੰਨੀਆਂ ਹਨੇਰੀਆਂ, ਝੱਖੜ, ਗਰਮੀ, ਸਰਦੀ ਆਈ, ਪਰ ਇਹ ਰੁੱਖ ਇੱਦਾਂ ਹੀ ਅਡੋਲ ਖੜਾ ਰਿਹਾ। ਲੋਕ ਇੱਥੇ ਆਉਂਦੇ ਨੇ ਤੇ ਇਸ ਰੁੱਖ ਦੀ ਛਾਂ ਦਾ ਆਨੰਦ ਮਾਣਦੇ ਨੇ, ਪਰ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਇਹ ਬਜ਼ੁਰਗ ਪੁੱਤਰ ਵੀ ਆਪਣੇ ਪਿਤਾ ਗਿਆਨ ਸਿੰਘ ਦੀ ਯਾਦ ਸਾਂਭੀ ਬੈਠਾ ਹੈ। ਇਸ ਕਹਾਣੀ ਨੇ ਰੁੱਖਾਂ ਦੀ ਸੰਭਾਲ ਕਰਨ ਦਾ ਅਸਲੀ ਨਮੂਨਾ ਪੇਸ਼ ਕੀਤਾ ਹੈ ਕਿ ਕਿਸ ਤਰ੍ਹਾਂ ਉਸ ਮਨੁੱਖ ਨੇ ਪਿੱਪਲ ਦੇ ਰੁੱਖ ਨੂੰ ਪੁੱਤਾਂ ਵਾਂਗ ਪਾਲਿਆ ਸੀ। ਚੰਡੀਗੜ੍ਹ ਦੀ ਮਸ਼ਹੂਰ ਸੁਖਨਾ ਝੀਲ ਤੇ ਲੱਗੇ ਹੋਏ ਪਿੱਪਲ ਦੇ ਵੱਡੇ ਦਰਖਤ ਤੋਂ ਤੁਸੀਂ ਸਾਰੇ ਭਲੀ ਭੰਤ ਜਾਣੂ ਹੋਵੋਗੇ। ਖਾਸ ਕਰ ਉਹ ਲੋਕ ਜਿਹੜੇ ਉੱਥੇ ਸੈਰ ਕਰਨ ਜਾਂਦੇ ਨੇ, ਤੇ ਤੁਹਾਡੇ ਚੋਂ ਬਹੁਤ ਸਾਰਿਆਂ ਨੇ ਤਾਂ ਉਸ ਪਿੱਪਲ ਦੀ ਠੰਡੀ ਛਾਂ ਨੂੰ ਵੀ ਮਾਣਿਆ ਹੋਵੇਗਾ। ਸਾਥੀਓ, ਉਸ ਪਿੱਪਲ ਪਿੱਛੇ ਇੱਕ ਬਹੁਤ ਲੰਮੀ ਕਹਾਣੀ ਹੈ। ਪਿੰਡ ਰਾਮਨਗਰ ਭੰਗੀਆਂ ਦਾ ਸਰਦਾਰ ਗਿਆਨ ਸਿੰਘ, ਜਿਸ ਨੂੰ ਕਿ ਟੀਬੀ ਦੀ ਬਿਮਾਰੀ ਸੀ ਤੇ ਉਹ ਬਿਨਾਂ ਪੈਨਸ਼ਨ ਤੋਂ ਫੌਜ ਵਿੱਚੋਂ ਆਇਆ ਸੀ। ਵਿਆਹ ਦੇ ਕਈ ਦਹਾਕਿਆਂ ਬਾਅਦ ਵੀ ਬੱਚਾ ਨਾ ਹੋਣ ਤੇ ਗਿਆਨ ਸਿੰਘ ਨੇ ਸੋਚਿਆ ਇਹ ਹਿਊਮਨ ਨੇਚਰ ਹੈ ਕਿ ਮੇਰਾ ਵੀ ਕੋਈ ਨਾਮ ਲੇਵਾ ਹੋਵੇ, ਤੇ ਉਸਨੇ ਆਪਣੀ ਨਿਸ਼ਾਨੀ ਵਜੋਂ ਉੱਥੇ ਇੱਕ ਪਿੱਪਲ ਦਾ ਦਰਖਤ ਲਾਇਆ। ਤੇ ਕਈ ਸਾਲਾਂ ਬਾਅਦ ਗਿਆਨ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਿਤਾ ਸਰਦਾਰ ਨੰਦ ਸਿੰਘ ਨੇ ਉਸ ਪਿੱਪਲ ਨੂੰ ਆਪਣੇ ਪੋਤੇ ਵਾਂਗ ਪਿਆਰ ਦਿੱਤਾ, ਉਹਦੀ ਸੇਵਾ ਸੰਭਾਲ ਕੀਤੀ, ਉਹਨੂੰ ਹਰਿਆ ਭਰਿਆ ਰੱਖਿਆ। ਤੇ ਚੰਡੀਗੜ੍ਹ ਦੀ ਹੋਣੀ, ਚੰਡੀਗੜ੍ਹ ਦੇ ਵਿਕਾਸ ਲਈ
ਹੋਰਨਾਂ ਪਿੰਡਾਂ ਵਾਂਗ ਪਿੰਡ ਰਾਮਨਗਰ ਭੰਗੀਆਂ ਨੂੰ ਵੀ ਢਾਇਆ ਗਿਆ ਤੇ ਉੱਥੇ ਝੀਲ ਦੀ ਉਸਾਰੀ ਕਰਨ ਲਈ, ਝੀਲ ਦੇ ਕੰਢੇ ਬਣਾਉਣ ਲਈ ਬਹੁਤ ਸਾਰੇ ਦਰਖਤਾਂ ਨੂੰ ਵੱਢਿਆ ਗਿਆ, ਉਹਨਾਂ ਤੇ ਵਾਢਾ ਰੱਖਿਆ ਗਿਆ। ਪਰ ਚੰਗੀ ਕਿਸਮਤ ਨੂੰ ਸਰਦਾਰ ਕੁਲਵੰਤ ਸਿੰਘ ਅੱਲਾਪੁਰ ਜਿਹੜਾ ਕਿ ਸਾਡੇ ਖਰੜ ਦੇ ਨਾਲ ਪੈਂਦਾ ਪਿੰਡ ਹੈ, ਉਹ ਉਸ ਉਸਾਰੀ ਟੀਮ ਦੇ ਵਿੱਚ ਸ਼ਾਮਲ ਸੀਗੇ। ਤੇ ਸਭ ਤੋਂ ਵੱਡੀ ਗੱਲ ਕਿ ਰਾਮਨਗਰ ਭੰਗੀਆਂ ਵਿੱਚ ਉਹਨਾਂ ਦੇ ਨਾਨਕੇ ਸੀ, ਉਹ ਉਸ ਪਿੰਡ ਦਾ ਦੋਹਤਾ ਸੀ, ਉਹਨੂੰ ਗਿਆਨ ਸਿੰਘ ਦੀ ਕਹਾਣੀ ਪਤਾ ਸੀ। ਉਸ ਨੇ ਉਸ ਪਿੱਪਲ ਨੂੰ ਬਚਾਉਣ ਲਈ ਝੀਲ ਦਾ ਜਿਹੜਾ ਨਕਸ਼ਾ ਸੀ ਉਹ ਇਸ ਤਰ੍ਹਾਂ ਤਿਆਰ ਕੀਤਾ ਕਿ ਪਿੱਪਲ ਹੈ ਜਿਹੜਾ ਉਹ ਬਚ ਗਿਆ। ਅੱਜ ਵੀ ਉਸ ਪਿੱਪਲ ਦੇ ਥੱਲੇ ਖੜ ਕੇ ਇਹ ਅਹਿਸਾਸ ਹੁੰਦਾ ਹੈ ਕਿ ਗਿਆਨ ਸਿੰਘ ਦਾ ਬਜ਼ੁਰਗ ਪੁੱਤ ਉਸ ਨੂੰ ਯਾਦ ਕਰਦਾ ਹੈ। ਮੇਰੀ ਆਪ ਸਭ ਅੱਗੇ ਹੱਥ ਬੰਨ੍ਹ ਕੇ ਇਹ ਬੇਨਤੀ ਹੈ, ਇਹ ਜੋਦੜੀ ਹੈ ਕਿ ਜਦੋਂ ਵੀ ਤੁਸੀਂ ਸੁਖਨਾ ਝੀਲ ਤੇ ਜਾਓ ਤੇ ਉਸ ਪਿੱਪਲ ਦੇ ਥੱਲੇ ਖੜ ਕੇ ਸਾਥੀਓ ਇਹ ਸਹੁੰ ਖਾਓ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਾਵਾਂਗੇ। ਤੁਹਾਡਾ ਲਾਇਆ ਹੋਇਆ ਰੁੱਖ ਕਦੋਂ ਅਤੇ ਕਿਹੜੀ ਥਾਂ ਨੂੰ ਸ਼ਿੰਗਾਰੇਗਾ ਇਹ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ। ਧੰਨਵਾਦ। ਇਹ ਰੁੱਖ ਸ਼ਾਇਦ ਅੱਜ ਵੀ ਉਸ ਨੂੰ ਯਾਦ ਕਰਦਾ ਹੋਵੇਗਾ ਜਿਹਨੇ ਇਸ ਨੂੰ ਲਗਾਇਆ ਸੀ। ਇਹ ਸਾਡੇ ਲਈ ਇੱਕ ਮਿਸਾਲ ਦੀ ਤਰ੍ਹਾਂ ਹੈ। ਸਾਨੂੰ ਵੀ ਇਸ ਤੋਂ ਸਿੱਖਣਾ ਚਾਹੀਦਾ ਹੈ ਕਿ ਜਿਵੇਂ ਗਿਆਨ ਸਿੰਘ ਨੇ ਆਪਣੇ ਪਿੱਪਲ ਦੇ ਰੁੱਖ ਨੂੰ ਪੁੱਤਾਂ ਵਾਂਗ ਪਾਲਿਆ ਸੀ, ਅਸੀਂ ਵੀ ਰੁੱਖ ਲਗਾਈਏ ਤੇ ਉਹਨਾਂ ਨੂੰ ਪਾਲੀਏ, ਉਹਨਾਂ ਨੂੰ ਹਰਾ ਭਰਾ ਕਰੀਏ।